ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ। ਮੈਂ ਨਵਜੀਤ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ। ਤੁਹਾਨੂੰ ਪਤਾ ਹੀ ਹੈ ਕਿ ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਦੇ ਹਾਂ। 24 ਘੰਟਿਆਂ ਵਿੱਚ ਜੋ ਕੁਝ ਵੀ ਵਾਪਰਿਆ ਹੁੰਦਾ ਤੁਹਾਡੇ ਸਾਹਮਣੇ ਰੱਖਣ ਦਾ ਯਤਨ ਕਰਦੇ ਹਾਂ ਤੇ ਪੰਨੂ ਸਾਹਿਬ ਆਪਣੇ ਤਰੀਕੇ ਨਾਲ ਖਬਰਾਂ ਤੇ ਚਰਚਾ ਕਰਦੇ ਨੇ। ਪੰਨੂ ਸਾਹਿਬ ਨਾਲ ਨੇ, ਹਰ ਰੋਜ਼ ਦੀ ਤਰ੍ਹਾਂ ਸਵਾਗਤ ਕਰਦੇ ਹਾਂ। ਫਿਰ ਕਰਦੇ ਹਾਂ ਖਬਰਾਂ ਤੇ ਚਰਚਾ। ਪੰਨੂ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਨਵਜੀਤ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਰਾਸ਼ਟਰਪਤੀ ਦੀ ਚੋਣ ਆ ਗਈ ਹੈ। ਰਾਜਨੀਤਿਕ ਪਾਰਟੀਆਂ ਕਿੱਧਰ ਨੂੰ ਜਾ ਰਹੀਆਂ? ਕੀ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਰਹੇਗਾ? ਕਿਉਂਕਿ ਗੰਢ ਧੁੱਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਧਰ ਮਮਤਾ ਬਨਰਜੀ ਨੇ, ਸ਼ਰਦ ਪਵਾਰ ਨੇ, ਕਿਵੇਂ ਦੇਖਦੇ ਆ? ਦੇਖੋ ਨਵਜੀਤ ਜੀ, ਰਾਸ਼ਟਰਪਤੀ ਲੋਕਤੰਤਰ ਦਾ ਰਾਜਾ ਹੁੰਦਾ ਜੀ। ਜਿਸ ਤਰ੍ਹਾਂ ਰਾਜੇ ਦੇ ਉੱਤੇ ਕੋਈ ਮੁਕੱਦਮਾ ਨਹੀਂ ਚੱਲ ਸਕਦਾ, ਰਾਜੇ ਨੂੰ ਟੈਕਸ ਨਹੀਂ ਦੇਣਾ ਪੈਂਦਾ, ਰਾਜੇ ਨੂੰ ਜੇ ਉਹਨੇ ਕਿਤੇ ਜਾਣਾ ਹੋਵੇ ਤਾਂ ਉਹਦੀ ਗੱਡੀ ਦੇ ਉੱਤੇ ਨੰਬਰ ਪਲੇਟ ਤੱਕ ਨਹੀਂ ਲਾਉਣੀ ਪੈਂਦੀ। ਉਹ ਸਾਰੀਆਂ ਸਹੂਲਤਾਂ ਰਾਸ਼ਟਰਪਤੀ ਨੂੰ ਲੋਕਤੰਤਰ ਵਿੱਚ ਹੁੰਦੀਆਂ ਨੇ। ਉਸ ਲੋਕਤੰਤਰ ਵਿੱਚ ਜਿੱਥੇ ਸਾਡੇ ਵਰਗਾ ਸਿਸਟਮ ਆ, ਪ੍ਰਧਾਨ ਮੰਤਰੀ ਸਾਰੇ ਕੰਮਾਂ ਦਾ ਪ੍ਰਧਾਨ ਹੁੰਦਾ, ਪਰ ਸੰਵਿਧਾਨਕ ਤੌਰ ਦੇ ਉੱਤੇ ਇੱਕ ਰਾਜ ਦੇ ਮੁਖੀ ਦੇ ਪ੍ਰਤੀਕ ਦੇ ਤੌਰ ਤੇ ਰਾਸ਼ਟਰਪਤੀ ਹੁੰਦਾ। ਕੁਝ ਦੇਸ਼ਾਂ 'ਚ ਰਾਸ਼ਟਰਪਤੀ ਕੋਲ ਇੰਨੀਆਂ ਤਾਕਤਾਂ ਨੇ ਕਿ ਉਹ ਸੱਚੀ ਮੁੱਚੀ ਦਾ ਰਾਜਾ। ਕੁਝ ਦੇਸ਼ਾਂ ਵਿੱਚ ਰਾਜਿਆਂ ਕੋਲ ਵੀ ਇੰਨੀਆਂ ਤਾਕਤਾਂ ਹੈ ਨਹੀਂ ਕਿ ਉਹ ਕੁਝ ਆਪਣੀ ਮਰਜ਼ੀ ਨਾਲ ਕਰ ਸਕਣ। ਬ੍ਰਿਟੇਨ ਦੀ ਕੁਈਨ ਮਾਣ ਸਤਿਕਾਰ ਰਾਜਿਆਂ ਵਾਲਾ, ਪਰ ਆਪਣੀ ਮਰਜ਼ੀ ਨਾਲ ਨਹੀਂ ਕੁਝ ਕਰ ਸਕਦੀ ਜੀ। ਕਰਨਾ ਉਹਨੂੰ ਸਾਡੇ ਦੇਸ਼ ਵਿੱਚ ਜਿਵੇਂ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੇ ਕਹਿ ਤੇ ਸਰਕਾਰ ਦੇ ਕਹਿ ਦੇ ਉੱਤੇ ਕੰਮ ਕਰਦਾ, ਉਸੇ ਤਰ੍ਹਾਂ ਨੂੰ ਕਰਨਾ ਪੈਂਦਾ। ਪਰ ਅਮਰੀਕਾ ਦਾ ਰਾਸ਼ਟਰਪਤੀ ਆਪਣੀ ਮਰਜ਼ੀ ਨਾਲ ਕਰਕੇ ਆਪਣੀ ਪਾਰਲੀਮੈਂਟ ਤੋਂ ਮਨਜ਼ੂਰੀ ਲੈਂਦਾ। ਕੁਝ ਹੋਰ ਦੇਸ਼ ਇਹੋ ਜਿਹੇ ਆ, ਜਿੱਦਾਂ ਭੂਟਾਨ ਦਾ ਰਾਜਾ ਹੋਵੇ, ਜਾਰਡਨ ਦਾ ਹੋਵੇ, ਕਈਆਂ ਥਾਵਾਂ 'ਤੇ ਰਾਜਿਆਂ ਕੋਲ ਇੰਨੀਆਂ ਤਾਕਤਾਂ ਨੇ ਕਿ ਉਹ ਆਪਣੀ ਮਰਜ਼ੀ ਨਾਲ ਸਾਊਦੀ ਅਰਬ ਵਗੈਰਾ 'ਚ ਉਹ ਜੋ ਕਹਿ ਦੇਣ, ਆਪਣੇ ਘਰ ਦੇ ਜੀਆਂ ਨੂੰ ਵਿਦੇਸ਼ ਮੰਤਰੀ ਬਣਾਉਣ, ਜੋ ਮਰਜ਼ੀ ਬਣਾਉਣ, ਸਾਰੀਆਂ ਖੁੱਲ੍ਹਾਂ ਹੁੰਦੀਆਂ। ਸਾਡੇ ਰਾਸ਼ਟਰਪਤੀ ਕੋਲ ਇਹੋ ਜਿਹੀਆਂ ਕੋਈ ਖੁੱਲ੍ਹਾਂ ਨਹੀਂ। ਉਹ ਤਾਂ ਜੋ ਦੇਸ਼ ਦੀ ਸਰਕਾਰ ਮੰਤਰੀ ਮੰਡਲ ਫੈਸਲਾ ਕਰਕੇ ਭੇਜੇ ਉਹਨੇ ਉੱਤੇ ਦਸਤਖਤ ਕਰਨੇ ਹੁੰਦੇ, ਮੋਹਰ ਲਾਉਣੀ ਹੁੰਦੀ ਹੈ। ਜੇ ਕਿਸੇ ਗੱਲ 'ਤੇ ਮਤਭੇਦ ਹੈ ਤਾਂ ਉਹ ਵਾਪਸ ਭੇਜ ਸਕਦਾ, ਦੁਬਾਰਾ ਪੜਤਾਲ ਕਰਕੇ ਸਰਕਾਰ ਭੇਜ ਦੇਵੇ ਅਤੇ ਫਿਰ ਉਹਨੂੰ ਦਸਤਖਤ ਕਰਨੇ ਪੈਣੇ। ਇਹ ਜਿਹੜਾ ਸੰਵਿਧਾਨਕ ਮੁਖੀ ਹੈ ਭਾਰਤ ਦਾ, ਇਹਦੀ ਚੋਣ ਬਾਕੀ ਅਦਾਰਿਆਂ ਵਾਂਗ 5 ਸਾਲਾਂ ਬਾਅਦ ਹੁੰਦੀ ਹੈ। ਇਸ ਵਾਰੀ ਚੋਣ ਭਲਕੇ 15 ਜੂਨ ਤੋਂ ਸ਼ੁਰੂ ਹੋ ਜਾਣੀ ਹੈ। ਨੋਟੀਫਿਕੇਸ਼ਨ ਹੋਵੇ, ਜਿਨ੍ਹਾਂ ਨੇ ਕਾਗਜ਼ ਦਾਖਲ ਕਰਨੇ ਆ ਕਰ ਦੇਣ। 29 ਜੂਨ ਤੱਕ ਕਾਗਜ਼ ਦਾਖਲ ਹੁੰਦੇ ਰਹਿਣਗੇ। ਜੇ ਤਾਂ ਇੱਕੋ ਹੀ ਉਮੀਦਵਾਰ ਖੜਾ ਹੋਵੇ ਤੇ ਫਿਰ ਤਾਂ 29 ਨੂੰ ਡਿਕਲੇਅਰ ਹੋ ਜਾਏਗਾ। ਉਸ ਤੋਂ ਪਹਿਲਾਂ ਹੀ ਜਦੋਂ ਕਾਗਜ਼ ਵਾਪਸ ਲੈਣ ਦੀ ਤਰੀਕ ਹੈ, ਉਦੋਂ ਐਲਾਨ ਹੋ ਜਾਏਗਾ ਕਿ ਫਲਾਨਾ ਚੁਣਿਆ ਗਿਆ। ਪਰ ਜੇ 2 ਹੋ ਗਏ ਜਾਂ ਇਹਦੇ ਤੋਂ ਵੱਧ ਹੋ ਗਏ, ਫਿਰ 18 ਤਰੀਕ ਨੂੰ ਵੋਟਾਂ ਪੈਣਗੀਆਂ ਜੁਲਾਈ ਦੀ ਨੂੰ, ਅਤੇ 21 ਜੁਲਾਈ ਨੂੰ ਨਤੀਜਾ ਆ ਜਾਏਗਾ। ਇਸ ਰਾਸ਼ਟਰਪਤੀ ਨੇ ਪਿਛਲੀ ਵਾਰੀ 25 ਜੁਲਾਈ ਨੂੰ ਸਹੁੰ ਚੁੱਕੀ ਸੀ ਜੀ। ਉਸ ਤੋਂ ਪਹਿਲਾਂ ਪ੍ਰਕਿਰਿਆ ਨਿਬੇੜ ਦੇਣਗੇ, ਕੋਈ ਏਡੀ ਗੱਲ ਨਹੀਂ ਗੀ। ਸਵਾਲ ਇਹ ਹੈ ਕਿ ਹੋਵੇਗਾ ਕੀ? ਇਸ ਵੇਲੇ ਵੱਖ-ਵੱਖ ਸਿਆਸੀ ਪਾਰਟੀਆਂ ਸਾਰਾ ਜ਼ੋਰ ਲਾਉਂਦੀਆਂ ਨੇ। ਇੱਥੇ ਸ਼ਰਦ ਪਵਾਰ ਨੂੰ ਇਸ ਵੇਲੇ ਵੱਡੇ ਲੀਡਰ ਦੇ ਤੌਰ 'ਤੇ ਉਭਾਰਿਆ ਜਾ ਰਿਹਾ। ਹਰ ਕੋਈ, ਉਹ ਹੈ ਵੀ ਵੱਡਾ ਲੀਡਰ ਜੀ। ਇੱਕ ਮੌਕਾ ਸੀ ਜੇ ਕਿਤੇ ਕਾਂਗਰਸ ਵਾਲੇ ਉਦੋਂ ਅਕਲ ਕਰਦੇ, ਨਰਸਿਮਹਾ ਰਾਓ ਨੂੰ ਪਾਸੇ ਕਰਕੇ ਸ਼ਰਦ ਪਵਾਰ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਹੁੰਦਾ, ਸ਼ਾਇਦ ਅੱਜ ਤੱਕ ਦੇਸ਼ ਦਾ ਨਕਸ਼ਾ ਹੋਰ ਹੁੰਦਾ। ਉਹਨੂੰ ਆਪਣੇ ਮਹਾਰਾਸ਼ਟਰ ਰਾਜ ਦੇ ਵਿੱਚ ਲੋਕੀ ਮਰਾਠਾ ਸਰਦਾਰ ਕਹਿੰਦੇ ਆ। ਉਹ ਜਿਸ ਤਰ੍ਹਾਂ ਉੱਭਰਿਆ ਸੀ, ਉਹਦੇ ਵਿਵਹਾਰ 'ਚ ਕਾਂਗਰਸ ਪਾਰਟੀ ਡਿੱਕੇ ਪਾਏ। ਉਹਦੀ ਤੇ ਨਰਸਿਮਹਾ ਰਾਓ ਦੀ ਬਣਦੀ ਨਹੀਂ ਸੀ। ਹੁਣ ਉਹਦੇ ਤੋਂ ਬਾਅਦ ਇਸ ਵੇਲੇ ਜਿੰਨੀ ਕੁ ਵਿਰੋਧੀ ਧਿਰ ਆ, ਪਹਿਲਾਂ ਵਰਗੀ ਮਜ਼ਬੂਤ ਵਿਰੋਧੀ ਧਿਰ ਨਹੀਂ। ਜਿਹੜੇ ਉਦੋਂ ਰਾਜ ਕਰਦੇ ਹੁੰਦੇ ਸਨ, ਅੱਜ ਵਿਰੋਧੀ ਧਿਰ ਦੇ ਵਿੱਚ ਵੀ ਇੰਨੇ ਕਮਜ਼ੋਰ ਨੇ ਕਿ ਦੂਸਰਿਆਂ ਦੇ ਆਸਰਾ ਭਾਲਦੇ। ਉਹ ਸਾਰੇ ਸ਼ਰਦ ਪਵਾਰ ਦੇ ਨਾਲ ਟੈਲੀਫੋਨ 'ਤੇ ਜਾਂ ਮਿਲ ਕੇ ਗੱਲਾਂ ਕਰਦੇ। ਰਾਸ਼ਟਰਪਤੀ ਚੋਣ ਵਾਸਤੇ ਪਿਛਲੀ ਵਾਰੀ ਵੀ, ਉਹਦੇ ਤੋਂ ਪਿਛਲੀ ਵਾਰੀ ਵੀ ਮਮਤਾ ਬੈਨਰਜੀ ਬਹੁਤ ਸਰਗਰਮ ਸੀ ਅਤੇ ਇਸ ਵਾਰੀ ਵੀ ਸਰਗਰਮ ਜੀ।
ਉਹਦਾ ਮਕਸਦ ਇਹ ਨਹੀਂ ਕਿ ਅਸੀਂ ਕੋਈ ਫਟਾਫਟ ਰਾਸ਼ਟਰਪਤੀ ਦੀ ਚੋਣ ਜਿੱਤ ਜਾਣੀ ਹੈ। ਇਹ ਤਾਂ ਇਹਨਾਂ ਨੂੰ ਵੀ ਸਾਰਿਆਂ ਨੂੰ ਲਗਭਗ ਪਤਾ ਕਿ ਅਸੀਂ ਜਿੱਤ ਨਹੀਂ ਸਕਦੇ। ਭਾਰਤੀ ਜਨਤਾ ਪਾਰਟੀ ਬਹੁਤ ਮਜ਼ਬੂਤ ਹੈ। ਉਹਦੇ ਨਾਲ ਟੱਕਰ ਦੇਣ ਦਾ ਸਵਾਲ ਹੈ ਕਿ ਬਿਨਾਂ ਮੁਕਾਬਲਾ ਉਹਦੇ ਅੱਗੇ ਹਥਿਆਰ ਨਾ ਸੁੱਟ ਦਿੱਤੇ ਜਾਣ, ਲੜਾਈ ਦਿੱਤੀ ਜਾਵੇ। ਉਸ ਲੜਾਈ ਵਾਸਤੇ ਸਾਰੀਆਂ ਧਿਰਾਂ ਸਰਗਰਮ ਨੇ। ਨਹਿਰ ਦੇ ਕੰਢੇ ਕੰਢੇ ਸ਼ਿਕਾਰੀ ਜਾਂਦੇ ਸੀ, ਦੂਸਰੇ ਕੰਢੇ ਦੇ ਉੱਤੇ ਆਇਆ ਹਿਰਨ ਪਾਣੀ ਪੀਣ ਲੱਗ ਪਿਆ। ਸ਼ਿਕਾਰੀਆਂ ਦੀ ਆਦਤ ਹੁੰਦੀ, ਉਹਨਾਂ ਸ਼ਿਕਾਰਿਆ ਸ਼ੀਸ਼ੀ ਕਰਕੇ ਤੇ ਉਹ ਭੱਜ ਗਿਆ। ਫਿਰ ਉਹਨੇ ਵੇਖਿਆ ਮਗਰ ਤਾਂ ਆਏ ਨਹੀਂ, ਪਰੇ ਜਾ ਕੇ ਪਾਣੀ ਪੀਣ ਲੱਗਾ। ਉਹਨਾਂ ਫਿਰ ਸ਼ੀਸ਼ੀ ਕੀਤੀ ਤੇ ਉਹ ਭੱਜ ਉੱਠਿਆ। ਫਿਰ ਵੇਖਿਆ ਆਏ ਨਹੀਂ, ਪਾਣੀ ਪੀਣ ਲੱਗਾ। ਉਹ ਤੀਸਰੀ ਵਾਰੀ ਜਦੋਂ ਇੱਦਾਂ ਹੋਇਆ ਤੇ ਇੱਕ ਜਣਾ ਦੂਜੇ ਨੂੰ ਕਹਿੰਦਾ, ਕਾਹਨੂੰ ਐਵੇਂ ਜ਼ੋਰ ਲਾਉਣ ਡਿਆ, ਪਾਣੀ ਉਹਨੇ ਪੀਣਾ ਸੀ, ਉਹ ਪੀ ਲਿਆ। ਨਹਿਰ ਦੇ ਦੂਜੇ ਕੰਢੇ ਤੂੰ ਜਾ ਨਹੀਂ ਸਕਦਾ, ਨਹਿਰ ਚੌੜੀ ਆ, ਤੇ ਜ਼ੋਰ ਕਿਉਂ ਲਾਉਣਾ? ਕਹਿੰਦਾ ਪੀ ਲਿਆ, ਪਾਣੀ ਪੀ ਲਿਆ। ਸ਼ਿਕਾਰੀਆਂ ਦੇ ਹੁੰਦਿਆਂ ਇੱਕੋ ਝੀਕੇ ਤਾਂ ਨਾ ਪੀਣ ਦੇਣਾ। ਇਹ ਤਾਂ ਨਾ ਆਖੂ ਕਿ ਮੈਨੂੰ ਵੇਖ ਕੇ ਵੀ ਸ਼ਿਕਾਰੀਆਂ ਦੀ ਹਿੰਮਤ ਪਈ ਨਹੀਂ ਗੱਲ ਕਰਨ ਦੀ। ਜੀ ਇਸ ਵੇਲੇ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤੀ ਜਨਤਾ ਪਾਰਟੀ ਤੇ ਉਹਦਾ ਗੱਠਜੋੜ ਇੰਨਾ ਕੁ ਮਜ਼ਬੂਤ ਹੈ ਕਿ ਜੇ ਕੋਈ ਆਖੇ ਕਿ ਰਾਸ਼ਟਰਪਤੀ ਚੋਣ 'ਚ ਪਲਟੀ ਮਾਰ ਦਿਆਂਗੇ, ਉਹ ਇਹਨਾਂ ਤੋਂ ਵੱਜਣੀ ਨਹੀਂ। ਪਰ ਬਿਨਾਂ ਮੁਕਾਬਲਾ ਨਾ ਚਲਾ ਜਾਵੇ, ਉਹਦੇ ਵਾਸਤੇ ਵਿਰੋਧ ਦੀਆਂ ਸਾਰੀਆਂ ਧਿਰਾਂ ਇਸ ਵੇਲੇ ਸਰਗਰਮ ਹੋ ਰਹੀਆਂ ਨੇ। ਬਸ ਇੱਕ ਗੱਲ ਹੋਰ ਹੈ ਨਾ, ਸ਼ਰਦ ਪਵਾਰ ਹੋਰਾਂ ਨੇ 2017 ਵਿੱਚ ਵੀ ਕਿਹਾ ਸੀ, ਪ੍ਰਧਾਨ ਮੰਤਰੀ ਹੋਰਾਂ ਨਾਲ ਮੁਲਾਕਾਤ ਕੀਤੀ, ਕਹਿੰਦੇ ਸੀ ਕਿ ਮੈਂ ਚੋਣ ਲੜਨੀ ਨਹੀਂ। ਹੁਣ ਫਿਰ ਤੋਂ ਨਾਮ ਉਭਾਰਿਆ ਜਾ ਰਿਹਾ ਕਿ ਉੱਦਾਂ ਦੇ ਹਾਲਾਤ ਬਣ ਸਕਦੇ ਦੁਬਾਰਾ? ਨਹੀਂ, ਸ਼ਰਦ ਪਵਾਰ ਚੋਣ ਲੜ ਵੀ ਲਵੇ ਤੇ ਬੁੱਢੇ ਬਾਰੇ ਇੱਕ ਹੋਰ ਹਾਰ ਪੱਲੇ ਪਾਉਣ ਤੋਂ ਸਿਵਾ ਕੀ ਕਰੂਗਾ? ਜੀ ਅੱਗੇ ਮਹਾਰਾਸ਼ਟਰ ਦੀ ਚੋਣ ਜਿੱਤਣ ਵਾਸਤੇ ਕਿੰਨੀ ਵਾਰ ਜ਼ੋਰ ਲਾਇਆ, ਪਰ ਗੱਲ ਬਣ ਨਹੀਂ ਸਕੀ। ਅਖੀਰ ਗੱਠਜੋੜਾਂ 'ਚ ਆਪ ਪਾਸੇ ਰਹੀ ਕਿ ਭਤੀਜੇ ਨੂੰ ਡਿਪਟੀ ਮੁੱਖ ਮੰਤਰੀ ਬਣਾ ਕੇ ਜੀ ਤੇ ਕੰਮ ਚਲਾਉਂਦਾ ਰਿਹਾ। ਜੇ ਇਹ ਆਪ ਇੱਕ ਵਾਰੀ ਹੋਰ ਬਣ ਜਾਂਦਾ, ਜਿਹੜੀ ਕੋਸ਼ਿਸ਼ ਵਿੱਚ ਸੀ, ਤੇ ਫਿਰ ਆਪਣੀ ਧੀ ਨੂੰ ਉਭਾਰ ਕੇ ਮਹਾਰਾਸ਼ਟਰ ਦੀ ਮੁੱਖ ਮੰਤਰੀ ਬਣਾਉਣ ਤੱਕ ਜਾ ਸਕਦਾ ਸੀ। ਜੀ ਉਹ ਹੁਣ ਗੱਲ ਬਣੀ ਨਹੀਂ। ਬਾਕੀ ਦਾ ਤੇ ਇਸ ਵੇਲੇ ਜੇ ਗੱਠਜੋੜ ਵੱਲੋਂ ਉਮੀਦਵਾਰ ਬਣੇ ਵੀ, ਪੱਲੇ ਕੁਛ ਨਹੀਂ, ਸਵਾਏ ਇਸ ਗੱਲ ਤੋਂ ਕਿ ਇੱਕ ਬੇਇੱਜ਼ਤੀ ਕਰਾ ਲੇਗਾ। ਜੀ ਇਹਦੇ ਬਜਾਏ ਕਿਸੇ ਹੋਰ ਨੂੰ ਖੜਾ ਕਰਕੇ ਪ੍ਰਤੀਕ ਦੇ ਤੌਰ ਤੇ ਚੋਣ ਲੜਾ ਲੈਣੀ ਚਾਹੀਦੀ, ਜਿੱਤਣਾ ਤਾਂ ਹੈ ਹੀ ਨਹੀਂਗਾ। ਬਿਲਕੁਲ। ਬਸ ਅਗਲੀ ਗੱਲ ਕਰਦੇ ਹਾਂ, ਕੱਲ੍ਹ ਨੂੰ ਸਰਕਾਰੀ ਬੱਸਾਂ ਵੋਲਵੋ ਦਿੱਲੀ ਏਅਰਪੋਰਟ ਨੂੰ ਜਾਣੀਆਂ ਸਿੱਧੀਆਂ ਬਹੁਤ ਸਾਰੇ ਲੋਕਾਂ ਦੀ ਮੰਗ ਸੀਗੀ। 2017-18 ਦੇ ਵਿੱਚ ਸ਼ਾਇਦ ਬੰਦ ਕਰ ਦਿੱਤੀ ਗਈ ਸੀ। ਤੁਸੀਂ ਕਿਵੇਂ ਦੇਖਦੇ ਆ ਬੱਸਾਂ ਦੁਆਰਾ ਸ਼ੁਰੂ ਹੋ ਰਹੀਆਂ? ਸਰਕਾਰ ਵੀ ਕੋਸ਼ਿਸ਼ਾਂ ਕਰਨ 'ਚ ਲੱਗੀ ਹੋਈ ਸੀ। ਅਸੀਂ ਉਹ ਵੀ ਦਿਨ ਵੇਖੇ ਆ ਜਦੋਂ ਦਿੱਲੀ ਨੂੰ ਏਅਰਪੋਰਟ ਨੂੰ ਇੱਥੋਂ ਕੋਈ ਬੱਸ ਨਹੀਂ ਚੱਲਦੀ ਹੁੰਦੀ। ਜੀ ਇੱਥੋਂ ਬੱਸਾਂ ਚੱਲਦੀਆਂ ਹੁੰਦੀਆਂ ਸਨ ਦਿੱਲੀ ISBT ਵਾਸਤੇ, ਇੰਟਰ ਸਟੇਟ ਬੱਸ ਟਰਮੀਨਲ ਵਾਸਤੇ। ਜੀ ਉੱਥੋਂ ਜਾ ਕੇ ਫਿਰ ਟੈਕਸੀ ਲੈ ਕੇ ਜਾਂ ਅਗਲੀ ਬੱਸ ਲੈ ਕੇ ਦਿੱਲੀ ਏਅਰਪੋਰਟ ਜਾਣਾ ਪੈਂਦਾ ਸੀ। ਬਹੁਤੇ ਲੋਕੀ ਟੈਕਸੀਆਂ ਤੇ ਜਾਂਦੇ ਹੁੰਦੇ ਸੀ। ਫਿਰ ਇੱਕ ਇੰਡੋ ਕੈਨੇਡੀਅਨ ਬੱਸ ਸਰਵਿਸ ਸ਼ੁਰੂ ਕੀਤੀ। ਹਰਦੀਪ ਅਰੋੜਾ ਨਾਂ ਦਾ ਬੰਦਾ ਸੀ ਜਿਹੜਾ ਚਲਾਉਂਦਾ ਸੀ। ਸਾਰੇ ਕਹਿੰਦੇ ਸੀ ਕਿੰਨੀ ਕੁ ਚੱਲਣੀ। ਜਦੋਂ ਉਹ ਕੰਪਨੀ ਪੈਰਾਸਿਰ ਹੋ ਗਈ, ਫਿਰ ਉਹਦੀ ਮਾਲਕੀ ਬਦਲ ਗਈ। ਹੁਣ ਪੰਜਾਬ ਦਾ ਇੱਕ ਵੱਡਾ ਰਾਜਸੀ ਘਰਾਣਾ ਉਹਨੂੰ ਚਲਾ ਰਿਹਾ। ਬੱਸਾਂ ਨੇ ਟੂਰਿਸਟ ਪਰਮਿਟ ਤੇ ਚੱਲਦੀਆਂ। ਟੂਰਿਸਟ ਪਰਮਿਟ ਵਾਲੀਆਂ ਚਾਰਟਰਡ ਬੱਸਾਂ ਹੁੰਦੀਆਂ ਜਿਹੜੀਆਂ ਰਾਹ ਦੀ ਸਵਾਰੀ ਲੈ ਨਹੀਂ ਸਕਦੀਆਂ। ਇਹਨਾਂ ਦੇ ਖਿਲਾਫ ਸ਼ਿਕਾਇਤਾਂ ਹੁੰਦੀਆਂ ਰਹੀਆਂ। ਕਾਂਗਰਸੀ ਸਰਕਾਰਾਂ ਵੇਲੇ ਵੀ ਇਹਨਾਂ ਦੀਆਂ ਬੱਸਾਂ ਰੋਕੀਆਂ ਗਈਆਂ ਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਵੇਲੇ ਵੀ ਰੋਕੀਆਂ ਗਈਆਂ ਕਿ ਤੁਸੀਂ ਜਿਹੜੀ ਹੈਗੀ ਆ ਕਿ ਇੱਕੋ ਥਾਂ ਤੋਂ ਸਵਾਰੀਆਂ ਲੈ ਕੇ ਸਿੱਧੀਆਂ ਜਾ ਕੇ ਏਅਰਪੋਰਟ ਉਤਾਰਦੇ ਹੋ। ਹੋਰ ਗੱਲ ਹੈ, ਤੁਸੀਂ ਰਾਹ ਦੀ ਸਵਾਰੀ ਨਾ ਲੈ ਸਕਦੇ ਨਾ ਦੇ ਸਕਦੇ, ਛੱਡ ਉਤਾਰ ਵੀ ਨਹੀਂ ਸਕਦੇ। ਇਹ ਤੁਸੀਂ ਰਾਹ 'ਚ ਉਤਾਰਦੇ ਦਾ ਮਤਲਬ ਤੁਸੀਂ ਪਰਮਿਟ ਦੀ ਉਲੰਘਣਾ ਕਰਦੇ। ਇਹਦੇ ਬਾਵਜੂਦ ਉਹ ਬੱਸਾਂ ਚਲਾਉਂਦੇ ਰਹੇ। ਬੜਾ ਲੰਮਾ ਸਮਾਂ ਪੰਜਾਬ ਰੋਡਵੇਜ਼ ਦੀਆਂ ਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ, ਜਿਹਨੂੰ ਅਸੀਂ PRTC ਕਹਿੰਦੇ ਹਾਂ, ਉਹਦੀਆਂ ਬੱਸਾਂ ਇੱਥੋਂ ਪੰਜਾਬ ਤੋਂ ਦਿੱਲੀ ਏਅਰਪੋਰਟ ਤੱਕ ਇਸ ਕਰਕੇ ਨਹੀਂ ਜਾਣ ਦਿੱਤੀਆਂ ਗਈਆਂ ਕਿ ਜਿਨ੍ਹਾਂ ਦੀ ਪ੍ਰਾਈਵੇਟ ਬੱਸ ਸਰਵਿਸ ਚੱਲਦੀ ਸੀ 15 ਸਾਲ ਤੇ ਉਹਨਾਂ ਦਾ ਰਾਜ ਰਿਹਾ, 5 ਸਾਲ ਪਹਿਲਾਂ ਤੇ 10 ਸਾਲ ਬਾਅਦ 'ਚ ਆਪਣਾ ਕਾਰੋਬਾਰ ਵੇਖਦੇ ਕਿ ਸਰਕਾਰ ਦਾ ਵੇਖਦੇ, ਉਹਨਾਂ ਚਲਾਇਆ। ਵਿੱਚੋਂ ਜਿਹੜੀਆਂ 2 ਸਰਕਾਰਾਂ ਕਾਂਗਰਸ ਦੀਆਂ ਆਈਆਂ, ਉਹ ਵੀ ਹੋਰ ਜੋ ਮਰਜ਼ੀ ਹੋਵੇ ਇਹੋ ਜਿਹੇ ਕੰਮਾਂ 'ਚ ਇੱਕ ਦੂਜੇ ਦੇ ਡਿੱਕਾ ਨਹੀਂ ਸੀ ਪਾਉਂਦੇ। ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਇਹਨਾਂ ਨੇ ਆ ਕੇ ਆਖਿਆ ਜੀ ਅਸੀਂ ਬੱਸਾਂ ਚਲਾਵਾਂਗੇ। ਹੁਣ ਇਹ ਬੱਸਾਂ ਚਲਾਉਣ ਲੱਗੇ ਆ। ਪੰਜਾਬ ਰੋਡਵੇਜ਼ ਦੀਆਂ ਚੱਲਣ ਜਾਂ PRTC ਦੀਆਂ ਚੱਲਣ, ਜਿਹੜੇ ਪੈਪਸੂ ਰੋਡ ਟਰਾਂਸਪੋਰਟ ਆ, ਇਹ ਉਹਨਾਂ ਥਾਵਾਂ ਤੇ ਡਿਪੂ ਨੇ ਜਿੱਥੇ ਪਹਿਲਾਂ ਪੁਰਾਣੀਆਂ ਰਿਆਸਤੀ ਸਟੇਟਾਂ ਹੁੰਦੀਆਂ ਸੀ, ਰਾਜਾਂ ਦਾ ਰਾਜ ਹੁੰਦਾ ਸੀ। ਪਟਿਆਲਾ, ਕਪੂਰਥਲਾ,
ਇਸ ਤਰ੍ਹਾਂ ਫਰੀਦਕੋਟ ਵੀ ਹੁੰਦਾ ਸੀ ਅੱਡ ਥਾਵਾਂ 'ਤੇ, ਪਰ ਹੁਣ ਫਰੀਦਕੋਟ ਰੋਡਵੇਜ਼ ਕੁਝ ਥਾਵਾਂ 'ਤੇ ਹੈਗਾ। ਉਹਨਾਂ 'ਚੋਂ ਇਹ ਦੋਵਾਂ ਹੀ ਸਰਕਾਰੀ ਕੰਪਨੀਆਂ ਜਿਹੜੀਆਂ ਇਹਨਾਂ ਦੀਆਂ ਬੱਸਾਂ ਜਾਣਗੀਆਂ। ਫਰਕ ਕੀ ਪਵੇਗਾ ਕਿ ਪ੍ਰਾਈਵੇਟ ਕੰਪਨੀ ਦੀਆਂ ਬੱਸਾਂ ਵੀ ਵਾਲਵੋ ਅਤੇ ਸਰਕਾਰ ਦੀਆਂ ਵੀ ਵਾਲਵੋ ਬੱਸਾਂ, ਉਹ ਬੱਸਾਂ ਹੇਠਲੀ ਟਿਕਟ ਜਿਹੜੀ ਆ ਉਹ 2800-2900 ਦੀ ਅਤੇ ਉੱਪਰਲੀ ਸ਼ਾਇਦ 3200-3400 ਦੀ ਹੈ। ਇੰਨੀਆਂ ਮਹਿੰਗੀਆਂ ਨੇ। ਅਤੇ ਸਰਕਾਰ ਉਹੋ ਹੀ ਬੱਸਾਂ ਸ਼ਾਇਦ 1170 ਰੁਪਏ ਯਾਨੀ 1200 ਦੇ ਨੇੜੇ ਤੇੜੇ ਦੇ ਸਵਾਰੀਆਂ ਲੈ ਕੇ ਜਾਣਗੀਆਂ ਜੀ। ਇਹਦੇ 'ਚ ਇੱਕ ਗੱਲ ਦਾ ਖਿਆਲ ਰੱਖਣਾ ਪਏਗਾ, ਉਸ ਕੰਪਨੀ ਨੇ ਜਿਹੜੀ ਬੱਸ ਸਰਵਿਸ ਚਲਾਈ ਸੀ, ਜੇ ਉਹਨਾਂ ਦੀ ਬੱਸ ਰਾਜ ਕਿਤੇ ਖਰਾਬ ਹੋ ਜਾਵੇ ਤੇ ਉਹਨਾਂ ਕੋਲ ਪ੍ਰਬੰਧ ਹੁੰਦਾ ਸੀ ਕਿ ਰਸਤੇ 'ਚੋਂ ਕੋਈ ਬੱਸ ਲੈ ਕੇ ਤੇ ਸਵਾਰੀਆਂ ਨੂੰ ਏਅਰਪੋਰਟ ਪਹੁੰਚਾ ਦੇਣ। ਪੰਜਾਬ ਰੋਡਵੇਜ਼ ਨੂੰ ਤੇ ਪੈਪਸੂ ਨੂੰ, ਖਾਸ ਕਰਕੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਗੱਲ ਦਾ ਖਿਆਲ ਰੱਖਣਾ ਪਏਗਾ ਕਿ ਸਵਾਰੀਆਂ ਰਸਤੇ 'ਚ ਖਰਾਬ ਨਾ ਹੋਣ। ਬਿਲਕੁਲ। ਜੇ ਬੱਸ ਖਰਾਬ ਹੁੰਦੀ ਤੇ ਹੋ ਜਾਏ, ਸਵਾਰੀਆਂ ਖਰਾਬ ਨਾ ਹੋਣ। ਉਹਨਾਂ ਨੂੰ ਠੀਕ ਟਿਕਾਣੇ ਪਹੁੰਚਾਉਣ ਦੇ ਪ੍ਰਬੰਧ ਹੁਣ ਤੋਂ ਕਰਨੇ ਚਾਹੀਦੇ ਆ। ਨਹੀਂ ਤੇ ਭਾਰਤ ਵਿੱਚ ਇੱਕ ਸਿਸਟਮ ਇਹ ਵੀ ਚੱਲਦਾ ਕਿ ਜੇ ਆਪਣੀ ਦੁਕਾਨਦਾਰੀ ਚਲਾਉਣੀ ਆ ਤੇ ਜ਼ਰੂਰੀ ਨਹੀਂ ਕਿ ਆਪਣੀ ਦੁਕਾਨ ਦੇ ਉੱਤੇ ਸਮਾਨ ਵਧੀਆ ਰੱਖਿਆ ਜਾਵੇ। ਇੱਕ ਤਰੀਕਾ ਹੋਰ ਵੀ ਹੁੰਦਾ ਕਿ ਜਿਹੜੀ ਲਾਗਲੀ ਦੁਕਾਨ ਖੁੱਲ੍ਹਣ ਲੱਗੀ ਆ ਉਹਦੇ ਨੌਕਰਾਂ ਨਾਲ ਮਿਲ ਕੇ ਤੇ ਆਏ ਗਾਹਕ ਮੋੜਨ ਦਾ ਪ੍ਰਬੰਧ ਕੀਤਾ ਜਾਵੇ। ਇਹ ਭਾਰਤ ਵਿੱਚ ਸਿਸਟਮ ਚੱਲਦਾ, ਕਈਆਂ ਬਾਜ਼ਾਰਾਂ 'ਚ ਚੱਲਦਾ। ਸੋ ਜਿਹੜੀ ਸਰਕਾਰ ਇਸ ਵੇਲੇ ਬੱਸਾਂ ਲੱਗੀ ਆ ਚਲਾਉਣ, ਉਹਨੂੰ ਇਹ ਪ੍ਰਬੰਧ ਕਰਨਾ ਪਵੇਗਾ ਕਿ ਮਹਿਕਮੇ 'ਚ ਕੋਈ ਬਲੈਕ ਸ਼ੀਪਸ ਨਾ ਹੋਣ, ਜਿਹੜੀਆਂ ਚੱਲਿਆ ਚਲਾਇਆ ਪ੍ਰਬੰਧ ਖਰਾਬ ਕਰਨ ਵਾਲੀਆਂ ਹੋਣ। ਇਹ ਜ਼ਿੰਮੇਵਾਰੀ ਬਹੁਤ ਵੱਡੀ ਹੈ, ਚੁੱਕਣ ਲੱਗੇ ਆ। NRIs ਡੀਕਦੇ ਸੀ, ਠੀਕ ਹੈ, ਸ਼ੁਭਕਾਮਨਾਵਾਂ ਦੇਣਗੇ, ਉਹ ਸਵਾਗਤ ਵੀ ਕਰਨਗੇ। ਬੁਕਿੰਗ ਵੀ ਬੜੀ ਤੇਜ਼ੀ ਨਾਲ ਹੋਈ ਹੈ ਜੀ, ਪਰ ਨਵੇੜੇ ਅਮਲਾਂ ਤੇ ਹੋਣਗੇ, ਜਾਤ ਕਿਸੇ ਨਹੀਂ ਪੁੱਛਣੀ ਜੀ। ਬਸ ਉਹ ਅੱਗੇ ਵਧਦੇ ਆ। ਕੁਝ ਕੁ ਸਾਬਕਾ ਮੰਤਰੀ ਹਾਈ ਕੋਰਟ ਪਹੁੰਚੇ ਹੈ। ਕੇਸ ਅਜੇ ਤੱਕ ਕੋਈ ਦਰਜ ਨਹੀਂ ਹੋਇਆ ਤੇ ਪਹਿਲੇ ਹਾਈ ਕੋਰਟ ਵਿੱਚ ਪਹੁੰਚ ਕਾਹਤੋਂ ਗਏ ਆ? ਇੱਥੇ ਤੱਕ ਕਿ ਕੁਝ ਕੁ ਜਦੋਂ ਦੀ ਵਿਜੀਲੈਂਸ ਨੇ ਜਾਂਚ ਸ਼ੁਰੂ ਕੀਤੀ ਹੈ, ਕਈਆਂ ਦੇ ਸਾਹ ਸੁੱਤੇ ਪਏ ਆ। ਇਹ ਕਿਵੇਂ ਦੇਖਦੇ ਆ ਜੋ ਪੰਜਾਬ ਦੇ ਵਿੱਚ ਮਾਹੌਲ ਜਿਹਾ ਬਣਦਾ ਜਾ ਰਿਹਾ ਹੈ? ਦੇਖੋ, ਹਾਈ ਕੋਰਟ ਕੌਣ ਪਹੁੰਚਿਆ? ਭਾਰਤ ਭੂਸ਼ਣ ਆਸ਼ੂ, ਤ੍ਰਿਪਤ ਰਜਿੰਦਰ ਬਾਜਵਾ ਵੀ ਪਹੁੰਚ ਜੇ। ਇਹਨਾਂ ਦੇ ਖਿਲਾਫ ਕਾਰਵਾਈ ਮੈਨੂੰ ਲੱਗਦਾ ਨਹੀਂ ਹੋਣੀ। ਇਹ ਨਵੀਂ ਸਰਕਾਰ ਦਾ ਜਿਹੜਾ ਸੁਭਾਅ ਹੈ, ਲੋਕਾਂ ਦੇ ਵਿੱਚ ਇਹ ਗੱਲ ਆ ਚੁੱਕੀ ਹੈ ਕਿ ਕਹੀਂ ਪੇ ਨਿਗਾहें ਕਹੀਂ ਪੇ ਨਿਸ਼ਾਨਾ ਜੀ। ਜਿਹਦੀ ਚਰਚਾ ਚੱਲਦੀ ਹੈ ਉਹਨੂੰ ਹੱਥ ਨਹੀਂ ਪਾਉਂਦੇ। ਹੱਥ ਉਹਨੂੰ ਪਾਉਂਦੇ ਆ ਜਿਹਦਾ ਕਿਸੇ ਨੇ ਨਾਂ ਹੀ ਨਹੀਂ ਸੁਣਿਆ। ਸਾਧੂ ਸਿੰਘ ਧਰਮਸੋਤ ਤੋਂ ਇੱਕ ਦਿਨ ਪਹਿਲਾਂ ਅਚਾਨਕ 2 ਮੰਤਰੀਆਂ ਬਾਰੇ ਗੱਲ ਚੱਲੀ ਸੀ। ਲੋਕੀ ਕਹਿੰਦੇ ਸੀ ਫੜ ਲਿਆ, ਰਾਤ ਨੂੰ ਵੀ ਵੋੜਾਂ ਲੈਂਦੇ ਸੀ, ਲੈ ਫੜ ਗਿਆ। ਸਵੇਰੇ ਪਤਾ ਲੱਗਾ ਕਿ ਉਹ ਨਹੀਂ ਫੜਿਆ ਗਿਆ। ਸਾਧੂ ਸਿੰਘ ਧਰਮਸੋਤ ਫੜ ਲਿਆ ਤੇ ਸੰਗਤ ਸਿੰਘ ਗਿਲਜੀਆਂ ਉਹਦੇ ਦੜੰਗੇ ਲਵਾਤੇ ਆ ਸਰਕਾਰ ਨੇ ਜੀ। ਹੁਣ ਪਰਸੋਂ ਦਾ ਰੌਲਾ ਪੈ ਰਿਹਾ, ਇੱਕ ਤਾਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ, ਦੂਸਰਾ ਭਾਰਤ ਭੂਸ਼ਣ ਆਸ਼ੂ ਦਾ। ਤੇ ਭਾਰਤ ਭੂਸ਼ਣ ਆਸ਼ੂ ਨੇ ਜਾ ਕੇ ਹਾਈ ਕੋਰਟ 'ਚ ਅਰਜੀ ਵੀ ਦੇ ਦਿੱਤੀ। ਪਰ ਜਿਨ੍ਹਾਂ ਦੇ ਕੋਲ ਇਹੋ ਜਿਹੀਆਂ ਗੱਲਾਂ ਦਾ ਕਾਫੀ ਲੰਮਾ ਤਜਰਬਾ, ਰਾਜਨੀਤੀ ਦਾ ਵੀ, ਅਦਾਲਤੀ ਕੇਸਾਂ ਦਾ ਵੀ, ਸਰਕਾਰਾਂ ਦਾ ਵੀ, ਉਹ ਸਾਰੇ ਕਹਿੰਦੇ ਆ ਜੀ ਜੇ ਇਹਨਾਂ ਦੋਵਾਂ ਨੂੰ ਫੜਨਾ ਹੁੰਦਾ ਤੇ ਸਰਕਾਰ ਨੇ ਇਹਨਾਂ ਦਾ ਰੌਲਾ ਨਹੀਂ ਸੀ ਪਾਉਣਾ ਜੀ। ਇਹਨਾਂ ਦੋਵਾਂ ਦਾ ਰੌਲਾ ਪਾਉਣ ਦਾ ਮਤਲਬ ਇਹ ਆ ਕਿ ਰੌਲਾ ਇਹਨਾਂ ਦਾ ਤੇ ਫੜਿਆ ਕੋਈ ਹੋਰ ਜਾਵੇ। ਜਿਹੜੇ ਬਾਰਡਰਾਂ ਦੇ ਉੱਤੇ ਲੜਾਈਆਂ ਹੁੰਦੀਆਂ ਦਾ ਇਤਿਹਾਸ ਜਾਣਦੇ ਆ, ਉਹਨਾਂ ਨੂੰ ਪਤਾ ਇੱਕ ਗੱਲ ਹੁੰਦੀ ਹੈ ਡੁਕਾਏ ਫੈਰ। ਉਹਦੇ 'ਚ ਇਹ ਹੈ ਕਿ ਜਿੱਧਰ ਦੀ ਆਪਣੇ ਬੰਦੇ ਲੰਘਾਉਣੇ ਆ, ਉਧਰ ਤੋਂ 2 ਕਿਲੋਮੀਟਰ ਖੱਬੇ ਪਾਸੇ ਜਾਂ 3 ਕਿਲੋਮੀਟਰ ਸੱਜੇ ਪਾਸੇ ਜਾ ਕੇ ਅਚਾਨਕ ਠਾ ਧੂਮ ਧੜਕਾ ਗਰਨੇਡ ਚਲਾ ਦਿਓ। ਸਾਰੀ ਫੋਰਸ ਉਧਰ ਭੱਜ ਕੇ ਹੋ ਜੇ ਵੀ ਆ ਗਿਆ, ਕੰਮ ਹੋ ਗਈ, ਲੜਾਈ ਸ਼ੁਰੂ। ਤੇ ਦੂਸਰੇ ਪਾਸੇ ਦੀ ਜਿੱਥੇ ਪਹਿਲਾਂ ਫੋਰਸ ਲੱਗੀ ਸੀ ਉਹ ਰਸਤਾ ਖਾਲੀ ਕਰਾ ਕੇ ਬੰਦੇ ਆਰਾਮ ਨਾਲ ਕੱਢ ਦਿਓ ਜੀ। ਇਹ ਕੰਮ ਹੁਣ ਵਾਲੀ ਸਰਕਾਰ ਤੇ ਵੀ ਆ, ਜਿਨ੍ਹਾਂ ਦਾ ਨਾਂ ਇਸ ਵੇਲੇ ਚੱਲਦਾ ਪਿਆ। ਲੱਗਦਾ ਉਹ ਬੰਦਿਆਂ ਦੀ ਵਾਰੀ ਆਉਣੀ ਨਹੀਂ, ਤੇ ਜਿਨ੍ਹਾਂ ਦੀ ਵਾਰੀ ਆਉਣੀ ਆ ਉਹ ਅਜੇ ਤੱਕ ਇਹ ਸੋਚ ਕੇ ਬੈਠੇ ਆ ਕਿ ਕਬੂਤਰ ਅੱਖਾਂ ਮੀਟ ਲਵੇ ਤੇ ਬਿੱਲੀ ਪਿਛਾਂਹ ਮੁੜ ਜਾਂਦੀ ਹੁੰਦੀ ਆ। ਮੈਂ ਇਹ ਦੱਸ ਦਿਆਂ ਕਿ ਬਿੱਲੀ ਮੁੜਨ ਵਾਲੀ ਨਹੀਂ, ਬਿੱਲੀ ਆਪਣੇ ਦਾਅ ਤੇ ਬੈਠੀ ਆ। ਪਤਾ ਉਦੋਂ ਲੱਗਣਾ ਜਦੋਂ ਅਚਾਨਕ
आके बूहे दे उत्ते उन्हें आख्या जी आओ चलीए। जी पर सब देखते अगे अगे बनता की है, क्योंकि सरकार भी सख्त लगती पई है, बाकी लोग भी कहते कि भ्रिष्टाचार किसी तरीके नाल खत्म होवे। पर सब राहुल गांधी तो अज फिर पुछगिछ हुई है, अज कहते 4 घंटे पुछगिछ की है तो हुण घर नूं भेजता सी, शाम नूं फिर बुलाया गया। ये किश्तां दे विच पुछगिछ क्यों हो रही है? तो दूसरे पासे कांग्रेस के कई लीडर विरोध कर रहे थे, अज कहते सट्टां भी लगियां, कईयां दीयां पसलियां भी टुट गईयां। ये विरोध क्यों कर रहे हैं? पुछगिछ करदे करन देण। नहीं देखो, उन्होंने पार्टी लीडर नूं जलील किया जा रहा जी, वो जी अपने पार्टी लीडर के मगर जाके रौला ना पाउण तो समझिया जाऊगा कि इन्होंने मान लिया कि साडा लीडर है ही करप्ट है, वो मगर कोई नहीं आया। ये जिहड़ी गल है कि वो मगर कोई नहीं आया, ਉਹਦੀ काट वास्ते कांग्रेस पार्टी नूं अपने लीडर के मगर तो जाना पैना, और हर पार्टी अपने लीडर के मगर जाती रही है तो जाऊगी जी। दूजा सवाल है कि पुछगिछ हुंदी चो छड्ड दिंदे आ, चला जांदा फिर वापस आ जांदा। आम आदमी वास्ते नियम कानून होर हुंदे आ ते वड्डे लोकां वास्ते होर हुंदे आ। आम आदमी फड़िया होवे ते ओहदे घर दे रोटी लेके आउण ना, पौने च लपेटियां 2 रोटियां ते विच अचार दी फाड़ी जी, ते वो भी थाने दे बाहर खड़ा संतरी गाल कढ़ के बह जा उत्थे बोड़ थले बूथा चक के आ गया। वो पौने वालियां 2 रोटियां भी अंदर नहीं फड़ाउण दिंदा। वड्डियां लोकां नूं इह खुੱਲ हुंदी है कि वो पुछगिछ होई 4-5 घंटे बाद जी लंच ब्रेक हो गई। कल भी लंच ब्रेक हुई सी, अज भी हो गई। दूजा ये कि अनफोर्समेंट की जिहड़ी पुछगिछ दा सिस्टम बड़ा वखरा, हर गल उन्होंने लिखती सवाल करने ते लिखती जवाब लेने। जिन्हें लिखती जवाब देने वो पहला सवाल सुनता, सवाल किदां दे है, तुहाडा नां की है? राहुल गांधी तुहाडे पिता जी का नां की है? स्वर्गीय राजीव गांधी तुहाडे माता, ये सारे लिख लिखा के तुहाडी डेट ऑफ बर्थ, तुहाडे किहड़े बैंक विच खाते, उन्हां खात्यां दा नंबर की है। फिर वो पुछदे आ तुहानूं पता नैशनल हैरल्ड अखबार कदों शुरू होया सी, इहदा एडिटर कौन सी? तुहानूं ये पता बंद होण लगा सी ते एक AGL कंपनी बनाई गई है, तुसीं AGL कंपनी नाल सहमत हो कि नहीं? तुसीं उहदियां मीटिंगां शामिल होए हो कि नहीं? जदों वर्का भर जांदा उहदे थल्ले ते खब्बे पासे दस्तखत करने पैंदे आ ताकि यकीन रहे कि तूं अपने हत्थीं लिखिया वो कोर्ट में जाके सबूत के तौर पर पेश करने होंदे आ। ये सारा कुछ चलदा। ਉਹ 'ਚ ਉਹਨੇ ਕੱਲ੍ਹ ਬਹੁਤੀਆਂ ਗੱਲਾਂ ਬਾਰੇ ਕਹਿ ਦਿੱਤਾ ਕਿ ਮੈਨੂੰ ਨਹੀਂ ਪਤਾ, ਮੈਨੂੰ ਜਾਣਕਾਰੀ ਨਹੀਂ, ਮੈਂ ਪਤਾ ਕਰਕੇ ਦੱਸਾਂਗਾ। ਅੱਜ ਉਹਨਾਂ ਫਿਰ ਸੱਦ ਲਿਆ, ਹੋ ਸਕਦਾ ਭਲਕੇ ਫਿਰ ਸੱਦ ਲੈਣ। ਇਹ ਤਾਂ ਜਿੱਦਾਂ ਦੀਆਂ ਪੇਸ਼ੀਆਂ ਚੱਲ ਪਈਆਂ ਨਾ, ਇਹਦੇ 'ਚ ਤੁਸੀਂ ਇਹ ਸਮਝੋ ਕਿ ਛੋਟਾ ਜਿਹਾ ਜਵਾਕ ਜਦੋਂ ਪਹਿਲੇ ਦਿਨ ਸਕੂਲ ਗਿਆ ਸੀ ਨਾ, ਤੇ ਸਾਰਾ ਦਿਨ ਮਾਂ ਵਿਚਾਰੀ ਡਿੱਗਦੀ ਰਹੀ। ਬੱਚਾ ਜਦੋਂ ਘਰ ਆਇਆ ਤੇ ਦੂਰੋਂ ਭੱਜੀ ਗਈ ਰਿਕਸ਼ੇ ਤੋਂ ਜਾਂ 3 ਵੀਲਰ ਤੋਂ ਉਤਰਦਾ ਬੱਚਾ ਵੇਖ ਕੇ ਭੱਜ ਕੇ ਜਾ ਕੇ ਮੂੰਹ ਮੱਥਾ ਚੁੰਮ ਕੇ ਕਹਿੰਦੀ ਬੜੇ ਚਾਅ ਦੇ ਨਾਲ, ਪੜ੍ਹਿਆ ਮੇਰਾ ਪੁੱਤਰ? ਉਹ ਕਹਿੰਦਾ ਨਹੀਂ, ਟੀਚਰ ਨੇ ਆਖਿਆ ਭਲਕੇ ਫੇਰ ਆਉਣਾ ਪੈਣਾ। ਰਾਹੁਲ ਗਾਂਧੀ ਕੱਲ੍ਹ ਉਹਦੀ ਪਹਿਲੀ ਪੇਸ਼ੀ ਸੀ ਤੇ ਉਹਨਾਂ ਕੱਲ੍ਹ ਹੀ ਕਹਿ ਦਿੱਤਾ ਭਲਕੇ ਫੇਰ ਆਉਣਾ ਪੈਣਾ ਜੀ। ਤੇ ਕੱਲ੍ਹ 11 ਘੰਟੇ ਲੰਮੀ ਪੇਸ਼ੀ ਹੋਈ ਉਹਦੀ। ਬਿਲਕੁਲ। ਅੱਜ ਹੁਣ ਕਿੰਨੇ ਘੰਟੇ ਇਹ ਵੀ ਨਹੀਂ ਪਤਾ, ਤੇ ਇਹ ਵੀ ਨਹੀਂ ਪਤਾ ਕਿ ਤੁਰਨ ਲੱਗਿਆ ਫੇਰ ਕਹਿ ਦੇਣ ਕਾਕਾ ਜੀ ਕੱਲ੍ਹ ਫੇਰ ਟਿਊਸ਼ਨ ਪੜ੍ਹਨ ਆਉਣਾ ਪੈਣਾ ਜੀ। ਇਹ ਚੱਕਰ ਲੰਮਾ ਪੈ ਗਿਆ। ਉਹਦਾ ਕਾਰਨ ਇਹ ਹੈ ਕਿ ਜਿਹੜੇ ਕਹਿੰਦੇ ਅਸੀਂ ਭਾਰਤ ਨੂੰ ਕਾਂਗਰਸ ਮੁਕਤ ਭਾਰਤ ਕਰਨਾ, ਉਹ ਜਿਸ ਤਰ੍ਹਾਂ ਇਹਨਾਂ ਦੇ ਪਿੱਛੇ ਪਏ ਨੇ, ਇਹਨਾਂ ਦੇ ਬੰਦਿਆਂ ਨੂੰ ਵੀ ਤੋੜ ਕੇ ਆਪਣੇ ਨਾਲ ਜੋੜ ਰਹੇ ਨੇ। ਅੱਡ ਸੂਬਿਆਂ 'ਚੋਂ ਮਾਂਜਾ ਫਿਰੀ ਜਾਂਦੇ ਨੇ। ਉਹਨਾਂ ਨੇ ਸੈਂਟਰਲ ਲੀਡਰਸ਼ਿਪ ਦੀ ਵੀ ਕਾਂਗਰਸ ਦੀ ਜਿਹੜੀ ਆ ਉਹ ਇੰਨੀ ਬੁਰੀ ਤਰ੍ਹਾਂ ਫਸਾ ਲਈ ਆ ਕਿ ਇਹਨਾਂ 'ਚੋਂ ਇਸ ਵੇਲੇ ਜੇ ਕੋਈ ਭੱਜਣਾ ਵੀ ਚਾਹਵੇ ਤਾਂ ਉਹਨਾਂ ਨੇ ਭੱਜਣ ਨਹੀਂ ਦੇਣਾ। ਰਾਹੁਲ ਗਾਂਧੀ ਅਜੇ ਤਾਂ ਦੀ ਮਾਤਾ ਸ਼੍ਰੀ ਦਾ ਵੀ ਨਾਂ ਹੈਗਾ, ਸਮਨ ਜਾਰੀ ਕੀਤੇ ਆ, ਪਰ ਉਹ ਕਰੋਨਾ ਪੋਜ਼ਿਟਿਵ ਹੈ, ਬਿਮਾਰ ਕਾਫੀ ਜ਼ਿਆਦਾ ਦੱਸਦੇ, ਹਸਪਤਾਲ 'ਚੋਂ ਦਾਖਲ ਹੈ। ਉਹਨੇ ਆਖਿਆ ਮੈਂ ਹਸਪਤਾਲ 'ਚ ਦਾਖਲ ਹਾਂ, ਮੈਨੂੰ ਤੁਸੀਂ ਸਮਨ ਕੋਈ ਨਵੀਂ ਤਰੀਕ ਦੇ ਦਿਓ। ਤੇ ਇਹ ਨਹੀਂ ਆਖਿਆ ਕਿ ਤੁਸੀਂ ਠੀਕ ਹੋ ਕੇ ਆ ਜਾਓ ਤੇ ਤੁਹਾਨੂੰ ਨਵੀਂ ਤਰੀਕ ਦੇ ਦਿਆਂਗੇ। ਹਸਪਤਾਲ ਦੇ ਵਿੱਚ ਹੀ ਭੇਜਤਾ, ਚੰਗਾ ਫਿਰ ਤੁਸੀਂ 23 ਜੂਨ ਨੂੰ ਆ ਜਾਓ। ਜਿਹੜਾ ਇੰਨਾ ਬਿਮਾਰ ਹੋਵੇ, ਜਦੋਂ ਉਹਨੂੰ 23 ਜੂਨ ਦਾ ਪੇਸ਼ੀ ਦਾ ਸਮਨ ਇਹੋ ਜਿਹੇ ਮੌਕੇ ਦੇਣੇ ਤੇ ਤਾਂ ਮੁਲਕ ਤੁਸੀਂ ਕੁਝ ਕਰਨਾ ਚਾਹੁੰਦੇ ਆ। ਉਹਦੀ ਇਹੋ ਜਿਹੇ ਮੌਕੇ 'ਤੇ ਡਾਕਟਰਾਂ ਨੂੰ ਪੁੱਛਿਆ ਜਾਵੇ ਤੇ ਡਾਕਟਰ ਕੀ ਕਹਿਣਗੇ ਕਿ ਇੰਨੇ ਸੀਰੀਅਸ ਪੇਸ਼ੈਂਟ ਨੂੰ ਇਸ ਵੇਲੇ ਕਿਸੇ ਕਿਸਮ ਦੀ ਟੈਨਸ਼ਨ ਨਹੀਂ ਦੇਣੀ ਚਾਹੀਦੀ। ਪਰ ਜਿਹੜੇ ਟੈਨਸ਼ਨ ਦੇਣ ਵਾਲੇ ਆ, ਉਹਨਾਂ ਨੇ ਜਿਸ ਤਰ੍ਹਾਂ ਹਸਪਤਾਲ ਵਿੱਚ ਪਈ ਨੂੰ ਵੀ ਆਖਿਆ ਕੋਈ ਗੱਲ ਨਹੀਂ, ਕਿੰਨੇ ਕੁ ਦਿਨ ਟਾਲੋਗੇ, ਚੱਲ ਬੀਬੀ 23 ਜੂਨ ਨੂੰ ਆ ਜੀ।
ਇਹ 23 ਜੂਨ ਦਾ ਸਮਨ ਹੁਣੇ ਕਿਉਂ ਭੇਜਣਾ ਜ਼ਰੂਰੀ ਸੀ? ਕੀ ਬੀਬੀ ਕਿਤੇ ਭੱਜ ਕੇ ਇਟਲੀ ਨੂੰ ਚਲੀ ਸੀ? ਜੀ, ਰਹਿਣਾ ਤਾਂ ਉਹਨੇ ਇੱਥੇ ਹੀ ਹੈ। ਇਹ ਕੰਮ ਕੁਝ ਦਿਨ ਠਹਿਰ ਕੇ ਵੀ ਹੋ ਸਕਦਾ ਸੀ, ਜਦੋਂ ਹਸਪਤਾਲ ਤੋਂ ਆ ਜਾਂਦੀ। ਕੋਈ ਬੰਦਾ ਕਿਸੇ ਵੀ ਹਾਲਤ ਵਿੱਚ ਹੋਵੇ, ਜੇ ਹਸਪਤਾਲ 'ਚ ਦਾਖਲ ਹੋਵੇ ਤੇ ਜਦ ਤੱਕ ਡਾਕਟਰ ਉਹਦੀ ਫਿਟਨੈਸ ਰਿਪੋਰਟ ਨਾ ਦੇਵੇ, ਉਹਦੇ ਬਿਆਨ ਨਹੀਂ ਲਏ ਜਾ ਸਕਦੇ। ਭਾਵੇਂ ਐਕਸੀਡੈਂਟ ਹੋਵੇ, ਕੇਸ ਹੋਵੇ, ਭਾਵੇਂ ਚੋਰੀ ਦਾ ਕੇਸ ਹੋਵੇ, ਭਾਵੇਂ ਕਤਲ ਕੇਸ ਹੋਵੇ, ਭਾਵੇਂ ਕੁਝ ਵੀ ਹੋਵੇ। ਇੱਥੇ ਇਹ ਹੈ ਕਿ ਹਸਪਤਾਲ 'ਚ ਦਾਖਲ ਹੈ, ਉਹਦੇ ਬਿਆਨ ਲੈਣ ਵਾਸਤੇ ਡਾਕਟਰ ਤੋਂ ਨਹੀਂ ਪੁੱਛਿਆ ਗਿਆ, ਹਸਪਤਾਲ ਦੀ ਰਿਪੋਰਟ ਨਹੀਂ ਮੰਗੀ ਗਈ। ਬਿਲਕੁਲ। ਉਹਨੂੰ ਸਿੱਧੇ ਤੌਰ ਤੇ ਆਖਿਆ ਗਿਆ ਵੀ ਤੈਨੂੰ ਸਮਣ ਭੇਜਿਆ ਸੀ, ਬੀਬੀ ਤੂੰ ਆ ਨਹੀਂ ਸਕੀ, ਤੂੰ ਕਹਿੰਦੀ ਮੈਂ ਬਿਮਾਰ ਆ, ਕੋਈ ਗੱਲ ਨਹੀਂ, ਹੁਣ ਤੂੰ 23 ਜੂਨ ਨੂੰ ਆ ਜੀ। ਇੱਥੇ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਦੀ ਅੱਜ ਮੈਂ ਖਬਰ ਪੜ੍ਹਦਾ ਸਾਂ, ਉਹਨੂੰ ਇੱਕੋ ਸਾਲ 2 ਵਾਰੀ ਕਰੋਨਾ ਹੋ ਗਿਆ। ਬੜੇ ਬੜੇ ਲੋਕ ਕਰੋਨਾ ਦੀ ਇਹ ਸੀਰੀਅਸ ਬਿਮਾਰੀ ਤੋਂ ਪੀੜਤ ਨੇ। ਉਹ ਬੀਬੀ ਹਸਪਤਾਲ ਵਿੱਚ ਆ, ਉਹਦੀ ਕਿਸ ਤਰ੍ਹਾਂ ਦੀ ਰਿਪੋਰਟ ਹੈ, ਕੀ ਕੁਛ ਹੈ। ਇਹੋ ਜਿਹੇ ਮੌਕੇ ਦੇ ਉੱਤੇ ਵੀ ਜੇ ਇਸ ਤਰ੍ਹਾਂ ਹਸਪਤਾਲ ਵਿੱਚ ਪਈ ਨੂੰ ਖੜੇ ਪੈਰ ਸਮਣ ਭੇਜਣ ਦੀ ਕਾਹਲੀ ਆ, ਉਹ ਕਾਹਲੀ ਦੱਸਦੀ ਆ ਕਿ ਲਿਹਾਜ਼ ਕਰਨ ਵਾਲੇ ਬਿਲਕੁਲ ਨਹੀਂ। ਅਜੇ ਰਾਹੁਲ ਗਾਂਧੀ ਦੀਆਂ ਜਦ ਤੱਕ ਬੀਬੀ ਪੇਸ਼ ਹੋਣ ਦੇ ਕਾਬਿਲ ਨਹੀਂ ਹੋ ਜਾਂਦੀ, ਉਹਨਾਂ ਚਿਰ ਤੱਕ ਰਾਹੁਲ ਗਾਂਧੀ ਨੂੰ ਤਮਕੜੇ ਪਾ ਰੱਖਣਗੇ। ਗੱਲ ਪੰਨੂ ਸਾਹਿਬ ਸਹੀ ਲੱਗਦੀ। ਕੁੱਲ ਮਿਲਾ ਕੇ ਇਹੀ ਕਿਹਾ ਜਾ ਸਕਦਾ ਕਿ ਇਹ ਪੁੱਛਗਿੱਛ ਬਹੁਤ ਲੰਬਾ ਵੀ ਚੱਲ ਸਕਦੀ ਹੈ। ਬਾਕੀ ਪੰਨੂ ਸਾਹਿਬ, ਪ੍ਰੋਗਰਾਮ ਸਮਾਪਤ ਕਰਨ ਦਾ ਵੇਲਾ ਆ ਗਿਆ, ਤੁਸੀਂ ਖਬਰਾਂ ਚਰਚਾ ਕੀਤੀ, ਧੰਨਵਾਦ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਣਾ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਹੋਰਾਂ ਪ੍ਰੋਗਰਾਮਾਂ ਲਈ ਦੇਖ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।